गुड इवनिंग एवरीवन। हाँ जी, अज असी जिहड़ा कल वाला एशियंट हिस्टरी वाला पार्ट चल रहा सीगा साडा, अज असी पार्ट 2 करांगे। कल असी सीगे भी जिहड़ी साडी खेती आ वो सब तो पहलां कित्थे होई सीगी, मेहरगढ़ दे विच होई सीगी। जिहड़ी खेती दे विच की कुछ होया सी, कणक जौं कपाह दी खेती होई सीगी। साडा फर्स्ट एविडेंस ऑफ राइस कल्टीवेशन इन बेलन वैली इन यूपी, ਜਿਹੜਾ फस्ट एविडेंस पाया गया सीगा राइस ਦਾ ਉਹ बेलन वैली यूपी ਦੇ ਵਿੱਚ ਪਾਇਆ ਗਿਆ ਸੀਗਾ। बेलन वैली ਵਿੱਚ ਸਾਨੂੰ ਤਿੰਨੇ ਪੀਰੀਅਡ ਦੇ ਅਵਸ਼ੇਸ਼ ਮਿਲਦੇ ਨੇ, ਮਤਲਬ ਸਾਨੂੰ ਪੈਲੀਓਲਿਥਿਕ, ਮੈਜ਼ੋਲਿਥਿਕ ਐਂਡ ਨਿਊਲਿਥਿਕ ਦੇ ਤਿੰਨਾਂ ਪੀਰੀਅਡਾਂ ਦੀ ਸਾਨੂੰ ਜਿਹੜੇ ਕੀ ਆ ਅਵਸ਼ੇਸ਼ ਮਿਲਦੇ ਨੇਗੇ बेलन वैली ਦੇ ਵਿੱਚ। बेलन वैली is the site where the fossils of Paleolithic, Mesolithic and Neolithic are founded। ਅੱਗੇ ਅਸੀਂ ਗੱਲ ਕਰਾਂਗੇ ਇੰਡੋਸ ਵੈਲੀ ਦੀ। ਇੰਡੋਸ ਵੈਲੀ ਸਿਵਿਲਾਈਜੇਸ਼ਨ ਜਿਹਨੂੰ ਅਸੀਂ ਕੀ ਹੈ ਸਿੰਧੂ ਘਾਟੀ ਦੀ ਸੱਭਿਅਤਾ ਵੀ ਕਹਿ ਦਿੰਦੇ ਹਾਂ। ਉਸਨੂੰ ਅਸੀਂ ਪ੍ਰੋਟੋ ਹਿਸਟੋਰਿਕ ਪੀਰੀਅਡ ਵੀ ਬੋਲ ਦਿੰਦੇ ਹਾਂ, ਬ੍ਰਾਊਨਸ ਏਜ ਸਿਵਿਲਾਈਜੇਸ਼ਨ ਵੀ ਬੋਲ ਦਿੰਦੇ ਹਾਂ। IVC ਹੁਣ ਜੇ ਅਸੀਂ ਇੰਡੋਸ ਵੈਲੀ ਸਿਵਿਲਾਈਜੇਸ਼ਨ ਨੂੰ IVC ਵੀ ਕਹਿ ਸਕਦੇ ਹਾਂ ਸ਼ਾਰਟ ਫਾਰਮ ਦੇ ਵਿੱਚ, ਇਸ ਲਈ ਆਪਾਂ IVC ਬੋਲਾਂਗੇ, ਬੋਲਣ ਦੇ ਵਿੱਚ ਈਜ਼ੀ ਰਹਿੰਦਾ। IVC ਇਜ਼ ਆਲਸੋ ਨੋਨ ਐਜ਼ ਹੜੱਪਾ ਸੱਭਿਅਤਾ। ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਹੈ ਉਹ ਹੜੱਪਾ ਸੱਭਿਅਤਾ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਹੜੱਪਾ ਸਿੰਧੂ ਘਾਟੀ ਦਾ ਮੇਨ ਸੈਂਟਰ ਰਹੀ ਹੈ। ਜਿਹੜੀ ਹੜੱਪਾ ਸੱਭਿਅਤਾ ਹੈ, ਮਤਲਬ ਹੜੱਪਾ ਸ਼ਹਿਰ ਹੈਗਾ, ਉਹ ਸਿੰਧੂ ਘਾਟੀ ਦਾ ਮੇਨ ਸੈਂਟਰ ਰਹੀ ਹੈ। ਇਹ ਕੈਪੀਟਲ ਸਿਟੀ ਸੀਗਾ ਸਿੰਧੂ ਘਾਟੀ ਦਾ। ਜਿਵੇਂ ਅਸੀਂ ਕਹਿ ਦਈਏ ਕਿ ਜਿਵੇਂ ਸਾਡਾ ਜਿਹੜਾ ਪੰਜਾਬ ਦਾ ਕੈਪੀਟਲ ਸਿਟੀ ਹੈ ਉਹ ਚੰਡੀਗੜ੍ਹ ਹੈ, ਤਾਂ ਉਸ ਟਾਈਮ 'ਤੇ ਕੀ ਹੈ ਜਿਹੜਾ ਹੜੱਪਾ ਸੀਗਾ ਉਹ ਸਿੰਧੂ ਦਾ ਕੈਪੀਟਲ ਸਿਟੀ ਰਿਹਾ ਸੀਗਾ। ਲੇਕਿਨ ਇਸ ਦਾ ਨਾਮ ਇਸ ਕਰਕੇ ਨਹੀਂ ਪਿਆ ਕਿ ਇਹ ਕੈਪੀਟਲ ਸਿਟੀ ਰਹੀ ਹੈ, ਇਹਦਾ ਨਾਮ ਇਸ ਕਰਕੇ ਪਿਆ ਕਿ ਹੜੱਪਾ ਸੱਭਿਅਤਾ ਪਹਿਲੀ ਸਾਈਟ ਹੈ ਜਿਹੜੀ ਅਸੀਂ ਖੋਜੀ ਸੀਗੀ। IVC ਦਾ ਹੜੱਪਾ ਸੱਭਿਅਤਾ ਨਾਮ ਇਸ ਕਰਕੇ ਪਿਆ ਕਿ ਜਿਹੜੀ ਹੜੱਪਾ ਸੱਭਿਅਤਾ ਉਹ ਸਭ ਤੋਂ ਪਹਿਲੀ ਸਾਈਟ ਹੈ ਜਿਹੜੀ ਅਸੀਂ ਖੋਜੀ ਸੀਗੀ। ਸਿੰਧੂ ਘਾਟੀ ਸੱਭਿਅਤਾ ਦਾ ਪੁਰਾਣਾ ਨਾਮ ਮੈਲੂਹਾ ਸੀਗਾ। ਹੁਣ ਅਸੀਂ ਸੋਚਾਂਗੇ ਕਿ ਸਿੰਧੂ ਘਾਟੀ ਨੂੰ ਅਸੀਂ IVC ਇੰਡੋਸ ਵੈਲੀ ਸਿਵਿਲਾਈਜੇਸ਼ਨ ਬੋਲ ਰਹੇ ਹਾਂ, ਇਹਦਾ ਉਸ ਟਾਈਮ 'ਤੇ ਇਹ ਨਾਂ ਸੀਗਾ? ਨਹੀਂ, ਇਹਦਾ ਉਸ ਟਾਈਮ 'ਤੇ ਇਹ ਨਾਂ ਨਹੀਂ ਸੀਗਾ। ਉਸ ਟਾਈਮ 'ਤੇ ਇਸ ਨੂੰ ਮੈਲੂਹਾ ਬੋਲਿਆ ਜਾਂਦਾ ਸੀਗਾ। ਇਹ ਨਾਂ ਪਹਿਲੀ ਵਾਰੀ ਯੂਜ਼ ਕੀਤਾ ਸੀਗਾ ਜੌਨ ਮਾਰਸ਼ਲ ਨੇ, ਮਤਲਬ ਇੰਡੋਸ ਵੈਲੀ ਸਿਵਿਲਾਈਜੇਸ਼ਨ ਜਿਹੜਾ ਨਾਮ ਯੂਜ਼ ਕੀਤਾ ਸੀਗਾ ਉਹ ਜੌਨ ਮਾਰਸ਼ਲ ਨੇ ਯੂਜ਼ ਕੀਤਾ ਸੀ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਇਹਦਾ ਪਹਿਲਾਂ ਪੁਰਾਣਾ ਨਾਮ ਕੀ ਸੀਗਾ। ਹਾਂਜੀ, ਇਹਦਾ ਪੁਰਾਣਾ ਨਾਮ ਮੈਲੂਹਾ ਸੀਗਾ ਅਤੇ ਸਭ ਤੋਂ ਪਹਿਲਾਂ ਕਿਹਨੇ ਯੂਜ਼ ਕੀਤਾ ਸੀਗਾ? ਜੌਨ ਮਾਰਸ਼ਲ ਨੇ। ਪੁਰਾਣੇ ਸਮਿਆਂ ਵਿੱਚ ਜੋ ਲੋਕ ਲਿਖਦੇ ਸਨ ਉਹ ਹੜੱਪਾ ਸੱਭਿਅਤਾ ਵਿੱਚ ਰਿਕਟੈਂਗਲ ਸ਼ੇਪ ਵਿੱਚ ਲਿਖਦੇ ਸੀਗੇ। ਜਿਹੜਾ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਅੱਜ ਵੀ ਸਾਡਾ ਉਹੀ ਪ੍ਰਚਲਿਤ ਹੋਇਆ, ਜਿਹੜੀ ਪ੍ਰਥਾ ਚੱਲੀ ਜਾ ਰਹੀ ਹੈ, ਅਸੀਂ ਕਾਪੀਜ਼ 'ਤੇ ਲਿਖਦੇ ਹਾਂ, ਸਾਡੀ ਕਾਪੀ ਜਿਹੜੀ ਹੈ ਰਿਕਟੈਂਗਲ ਸ਼ੇਪ ਦੀ ਹੁੰਦੀ ਆ। ਤਾਂ ਉਹ ਪੁਰਾਣੇ ਸਮਿਆਂ ਦੇ ਵਿੱਚ ਸ਼ੁਰੂ ਕੀਤੀ ਹੋਈ ਇਹ ਪ੍ਰਥਾ ਹੈ ਕਿ ਉਹ ਰਿਕਟੈਂਗਲ ਸ਼ੇਪ ਦੇ ਵਿੱਚ ਸਭ ਲਿਖਣਾ ਸ਼ੁਰੂ ਕੀਤਾ ਸੀਗਾ। ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜਿਸ 'ਤੇ ਲਿਖਿਆ ਜਾਂਦਾ ਸੀ ਉਹਨਾਂ ਨੂੰ ਸੀਲਸ ਬੋਲਿਆ ਜਾਂਦਾ ਸੀਗਾ, ਇੱਕ ਡੱਬੇ ਦੀ ਤਰ੍ਹਾਂ ਹੁੰਦੇ ਸੀਗੇ ਉਹ। The seals were petrographic and script was written from right to left in ਫਸਟ ਲਾਈਨ। ਜਿਹੜੀਆਂ ਸੀਲਸ 'ਤੇ ਲਿਖਿਆ ਜਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ ਉਹ ਰਾਈਟ ਟੂ ਲੈਫਟ ਲਿਖਿਆ ਜਾਂਦਾ ਸੀਗਾ, ਮਤਲਬ ਰਾਈਟ ਤੋਂ ਲੈਫਟ। ਫਿਰ ਉਹ ਜਿਹੜੇ ਕਿ ਜਿੱਦਾਂ ਲਿਖਦੇ ਸੀਗੇ ਉਹ ਉਹਨਾਂ ਦੀ ਰਾਈਟ ਤੋਂ ਲੈਫਟ ਲਿਖ ਕੇ ਆਪਣੀ ਲਾਈਨ ਨੂੰ ਖ਼ਤਮ ਨਹੀਂ ਸੀ ਕਰਦੇ, ਉਹ ਰਾਈਟ ਤੋਂ ਲੈਫਟ, ਫਿਰ ਲੈਫਟ ਤੋਂ ਰਾਈਟ, ਬਸ ਉਹ ਸਿੱਧਾ ਇੱਦਾਂ ਚੱਲਦੇ ਸੀਗੇ, ਫਿਰ ਲੈਫਟ ਤੋਂ ਰਾਈਟ, ਰਾਈਟ ਤੋਂ ਲੈਫਟ। ਮਤਲਬ ਉਹਨਾਂ ਦੇ ਲਿਖਣ ਦਾ ਕੋਈ ਇਹ ਪੈਟਰਨ ਸੀਗਾ, ਕੋਈ ਪ੍ਰੋਪਰ ਪੈਟਰਨ ਨਹੀਂ ਸੀਗਾ। And the left to right in second line, the style of writing is called ਬੂਸਟਰੋਫੈਂਡਨ। ਬੂਸਟਰੋਫੈਂਡਨ ਸੀਗਾ ਜਿਹੜਾ ਸਟਾਈਲ ਆਫ ਰਾਈਟਿੰਗ ਸੀਗਾ ਉਹਨੂੰ ਕਿਹਾ ਜਾਂਦਾ ਸੀਗਾ। ਵਨ ਮੋਰ ਸੀਲ ਵਾਜ਼ ਫਾਊਂਡਡ ਆਫ ਪਸ਼ੂਪਤੀ ਮਹਾਦੇਵ। ਇੱਕ ਜਿਹੜੀ ਸੀਲ ਆ ਉਹ ਪਸ਼ੂਪਤੀ ਮਹਾਦੇਵ ਦੀ ਲੱਭੀ ਆ। ਹੁਣ ਜੇ ਉਹਦਾ ਨਾਮ ਹੀ ਪਸ਼ੂਪਤੀ ਮਹਾਦੇਵ ਰੱਖਿਆ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਸੀਲ ਦੇ ਵਿੱਚ ਕੀ ਹੈ, ਪਸ਼ੂਆਂ ਦੀਆਂ ਤਸਵੀਰਾਂ ਸਨ। ਹੁਣ ਇਸ ਦੇ ਸੀਲਸ ਦੇ ਵਿੱਚ ਕਿਹੜੇ ਕਿਹੜੇ ਪਸ਼ੂ ਦੀਆਂ ਤਸਵੀਰਾਂ ਸੀਗੀਆਂ? ਐਲੀਫੈਂਟ, ਟਾਈਗਰ, ਰੇਨੋ, ਬੁਫੈਲੋ, 2 ਡੀਅਰਸ। ਮਤਲਬ ਕਿ ਇਸ ਸੀਲ ਦੇ ਵਿੱਚ
6 ਐਨੀਮਲ ਸੀਗੇ। ਜੇ ਅਸੀਂ ਇੰਝ ਗਿਣੀਏ ਤਾਂ 5 ਨੇਗੇ, ਲੇਕਿਨ ਸਾਨੂੰ ਜਿਹੜੇ 2 ਡੀਅਰਸ ਨੇ ਉਹ ਗਿਣਨੇ ਪੈਣਗੇ। ਕਈ ਵਾਰੀ ਪੇਪਰ ਦੇ ਵਿੱਚ ਆਉਂਦਾ ਕਿ ਐਨੀਮਲਸ ਕਿੰਨੇ ਸੀਗੇ ਤਾਂ ਬੱਚੇ ਲਿਖ ਦੇਣਗੇ 5, ਤਾਂ ਉਹ ਗਲਤ ਹੋ ਜਾਏਗਾ। ਤਾਂ ਪੂਰੇ 6 ਐਨੀਮਲਸ ਲਿਖਾਂਗੇ। ਸੀਲ 'ਤੇ ਟੋਟਲ 6 ਐਨੀਮਲ ਹਨ। ਜੇ ਟਾਈਪਸ ਆਫ ਐਨੀਮਲ ਪੁੱਛਿਆ ਤਾਂ 5 ਆਏਗਾ, ਕਿਉਂਕਿ ਟਾਈਪਸ ਆਫ ਐਨੀਮਲ ਤਾਂ 5 ਹੀ ਨੇਗੇ, ਜਿਵੇਂ ਐਲੀਫੈਂਟ ਹੋ ਗਿਆ, ਟਾਈਗਰ ਹੋ ਗਿਆ, ਰੈਨੋ ਹੋ ਗਿਆ, ਬੁਫੈਲੋ ਹੋ ਗਿਆ, ਡੀਅਰ ਹੋ ਗਿਆ। ਲੇਕਿਨ ਜੇ ਟੋਟਲ ਐਨੀਮਲ ਪੁੱਛਿਆ ਕਾਊਂਟਿੰਗ ਕੀਤੀ ਹੋਈ ਕਿ ਪਸ਼ੂਪਤੀ ਮਹਾਦੇਵ ਦੀ ਜਿਹੜੀ ਸੀਲ ਮਿਲੀ ਆ ਉਹਦੇ ਟੋਟਲ ਕਿੰਨੇ ਐਨੀਮਲ ਸੀਗੇ, ਤਾਂ ਉਹ 6 ਸੀਗੇ। ਅੱਗੇ ਹੈ, ਸਿੰਧੂ ਘਾਟੀ ਦੇ ਲੋਕਾਂ ਨੂੰ ਲਾਇਨ ਬਾਰੇ ਨਹੀਂ ਪਤਾ ਸੀਗਾ। ਜਿਹੜੇ ਉਸ ਟਾਈਮ ਦੇ ਲੋਕ ਸੀਗੇ ਉਹਨਾਂ ਨੂੰ ਸਾਰੇ ਜਾਨਵਰਾਂ ਬਾਰੇ ਪਤਾ ਸੀਗਾ, ਲੇਕਿਨ ਉਹਨਾਂ ਨੂੰ ਲਾਇਨ ਦੇ ਬਾਰੇ ਨਹੀਂ ਪਤਾ ਸੀਗਾ। ਸਿੰਧੂ ਘਾਟੀ ਦੀਆਂ ਸੀਲਾਂ 'ਤੇ ਸਭ ਤੋਂ ਵੱਧ ਬੁੱਲ ਐਨੀਮਲ ਪਾਇਆ ਗਿਆ ਸੀਗਾ, ਜਿਹਨੂੰ ਅਸੀਂ ਯੂਨੀਕਰਨ ਬੁੱਲ ਵੀ ਕਹਿ ਦਿੰਦੇ ਹਾਂ ਅਤੇ ਹੰਪਲੈਸ ਬੁੱਲ ਵੀ ਕਹਿ ਦਿੰਦੇ ਹਾਂ। ਸਿੰਧੂ ਘਾਟੀ ਸੱਭਿਅਤਾ ਜਿਹੜਾ ਇਹ ਐਨੀਮਲ ਸੀਗਾ, ਇਹ ਬਹੁਤ ਸਾਰੀਆਂ ਸੀਲਾਂ ਜਿਹੜੀਆਂ ਹੋਰ ਮਿਲੀਆਂ ਸੀਗੀਆਂ ਉਹਨਾਂ 'ਤੇ ਪਾਇਆ ਗਿਆ ਸੀਗਾ ਬੁੱਲ ਐਨੀਮਲ। ਸਿੰਧੂ ਘਾਟੀ ਸੱਭਿਅਤਾ ਸ਼ਹਿਰੀ ਸੱਭਿਅਤਾ ਸੀਗੀ। ਸਿੰਧੂ ਘਾਟੀ ਸੱਭਿਅਤਾ ਇੱਕ ਬਹੁਤ ਹੀ ਜਿਹੜੀ ਕੀ ਹੈ ਕਾਫੀ ਜ਼ਿਆਦਾ ਵਧੀਆ ਸੱਭਿਅਤਾ ਮੰਨੀ ਗਈ ਆ। ਸਿੰਧੂ ਘਾਟੀ ਸੱਭਿਅਤਾ ਦਾ ਸ਼ਹਿਰ ਸੀਗਾ ਜਿਹੜਾ ਉਹ ਇੱਕ ਪਲੈਨਡ ਸ਼ਹਿਰ ਸੀਗਾ। ਜਿਹੜਾ ਇਹ ਸ਼ਹਿਰ ਸੀ ਉਹ ਇੱਕ ਪਲੈਨਡ ਸ਼ਹਿਰ ਸੀ, ਜਿਸ ਤਰ੍ਹਾਂ ਇੱਕ ਆਪਾਂ ਬੋਲ ਸਕਦੇ ਹਾਂ ਚੰਡੀਗੜ੍ਹ ਇੱਕ ਪਲੈਨਡ ਸ਼ਹਿਰ ਹੈਗਾ। ਸਾਰਾ ਕੁਛ ਪਲਾਨ ਕਰਕੇ ਉੱਥੇ ਕੀ ਹੈ ਪਾਰਕ ਵਗੈਰਾ ਬਣਾਏ ਗਏ ਨੇ। ਉਸੇ ਤਰ੍ਹਾਂ ਜਿਹੜਾ ਸਿੰਧੂ ਘਾਟੀ ਸੱਭਿਅਤਾ ਦੇ ਸ਼ਹਿਰ ਸੀਗਾ ਉਹ ਇੱਕ ਪਲੈਨਡ ਸ਼ਹਿਰ ਸੀਗਾ, ਮੇਨ ਕਰਕੇ ਹੜੱਪਾ ਵਾਲਾ। ਕਿਸੇ ਵੀ ਘਰ ਦਾ ਦਰਵਾਜ਼ਾ ਜਿਹੜਾ ਮੇਨ ਰੋਡ 'ਤੇ ਨਹੀਂ ਖੁੱਲ੍ਹਦਾ ਸੀਗਾ। ਉਹ ਇੱਦਾਂ ਬਣਾਇਆ ਗਿਆ ਸੀਗਾ ਵੀ ਕਿਸੇ ਵੀ ਘਰ ਦਾ ਦਰਵਾਜ਼ਾ ਮੇਨ ਰੋਡ 'ਤੇ ਨਹੀਂ ਖੁੱਲ੍ਹੂਗਾ। ਜਿਹੜਾ ਕੋਈ ਵੀ ਨਾਲਾ ਵਗੈਰਾ ਸੀਗਾ, ਨਾਲੀਆਂ, ਉਹ ਵੀ ਮੇਨ ਰੋਡ ਦੇ ਮਤਲਬ ਮੇਨ ਰੋਡ ਤੋਂ ਬਾਹਰ ਸੀਗੇ। ਉਹ ਘਰ ਜਿਹੜਾ ਸਿਟੀ ਸੀਗਾ ਉਹਦੇ ਵਿੱਚ ਨਹੀਂ ਸੀਗੇ। ਮਤਲਬ ਪੂਰਾ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੀ। ਜੋ ਨਦੀਆਂ ਨਾਲੇ ਸੀ ਉਹ ਬਿਲਕੁਲ ਕਵਰਡ ਸੀਗੇ, ਉਹ ਬਿਲਕੁਲ ਵੀ ਓਪਨ ਦੇ ਵਿੱਚ ਨਹੀਂ ਸੀਗੇ। ਅੱਗੇ ਹੈ, ਸਿੰਧੂ ਘਾਟੀ ਸੱਭਿਅਤਾ ਕਿੱਥੋਂ ਤੱਕ ਫੈਲੀ ਹੋਈ ਸੀਗੀ। ਇਹ ਕੁਐਸਚਨ ਕਾਫੀ ਵਾਰ ਆਇਆ ਕਿ ਸਿੰਧੂ ਘਾਟੀ ਸੱਭਿਅਤਾ ਜਿਹੜੀ ਕਿੱਥੋਂ ਤੱਕ ਫੈਲੀ ਹੋਈ ਸੀਗੀ। ਸਿੰਧੂ ਘਾਟੀ ਸੱਭਿਅਤਾ ਜਿਹੜੀ ਮੰਡਾ ਤੋਂ ਦਾਇਮਾਬਾਦ, ਆਲਮਗਰਪੁਰ ਤੋਂ ਸੁਖਤਾ ਗੰਦੌਰ ਤੱਕ ਫੈਲੀ ਹੋਈ ਸੀਗੀ। ਇਹ ਜੰਮੂ ਕਸ਼ਮੀਰ ਤੋਂ ਮਹਾਰਾਸ਼ਟਰਾ ਐਂਡ ਯੂਪੀ ਤੋਂ ਪਾਕਿਸਤਾਨ ਦੇ ਈਰਾਨ ਬਾਰਡਰ ਤੱਕ ਫੈਲੀ ਹੋਈ ਸੀਗੀ। ਜੇ ਕਈ ਵਾਰੀ ਸਾਨੂੰ ਪੁੱਛ ਰਹਿਣ ਕਿ ਨਦੀਆਂ ਦੇ ਅਕੋਰਡਿੰਗ ਕਿਵੇਂ ਫੈਲੀ ਹੋਈ ਸੀਗੀ, ਦਰਿਆਵਾਂ ਦੇ ਅਕੋਰਡਿੰਗ, ਤਾਂ ਚਨਾਬ ਤੋਂ ਗੋਦਾਵਰੀ ਐਂਡ ਇੰਦੌਰ ਤੋਂ ਦਸਤਾ ਦੇ ਤੱਕ ਫੈਲੀ ਹੋਈ ਸੀਗੀ। ਇੱਕ ਜਿਹੜੀ ਕਿਤਾਬ ਲਿਖੀ ਸੀਗੀ ਇੰਡੀਅਨ ਆਰਕੋਲੋਜੀ, ਉਹ ਅਲੈਗਜ਼ੈਂਡਰ ਨੇ ਲਿਖੀ ਸੀਗੀ। ਉਹਦੀ ਇੱਕ ਫੇਮਸ ਬੁੱਕ ਵੀ ਹੈ ਜਿਹਨੂੰ ਆਪਾਂ ਏਸ਼ੀਅੰਟ ਜੀਓਗ੍ਰਾਫੀ ਆਫ ਇੰਡੀਆ ਬੋਲਦੇ ਹਾਂ। ਇਸ ਕਿਤਾਬ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ ਧੱਕ ਜਾਂ ਧੱਕੀ ਕਿਹਾ ਹੈ। ਇਸ ਦੀ ਕਿਤਾਬ ਦੇ ਵਿੱਚ ਪੰਜਾਬੀਆਂ ਨੂੰ ਉਹਨੇ ਧੱਕ ਜਾਂ ਧੱਕੀ ਕਿਹਾ ਹੈਗਾ। ਸਭ ਤੋਂ ਪਹਿਲਾਂ ਅੱਗੇ ਗੱਲ ਆ ਗਈ ਮੈਟਲ ਦੀ, ਜੋ ਕਿ ਬਹੁਤ ਇੰਪੋਰਟੈਂਟ ਆ ਕਿ ਪਹਿਲਾ ਮੈਟਲ ਮਨੁੱਖ ਨੇ IVC ਵਿੱਚ ਕਾਪਰ ਯੂਜ਼ ਕੀਤਾ ਸੀਗਾ। ਸਭ ਤੋਂ ਪਹਿਲਾਂ ਜਿਹੜਾ ਮੈਟਲ ਹੈ ਉਹ ਮਨੁੱਖ ਨੇ ਇੰਡੋਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਕਾਪਰ ਯੂਜ਼ ਕੀਤਾ ਸੀਗਾ। ਅਤੇ ਉਸਨੂੰ ਕਿਹੜੇ ਇਹਦੇ ਬਾਰੇ ਨਹੀਂ ਪਤਾ ਸੀਗਾ। ਸਿੰਧੂ ਘਾਟੀ ਦੇ ਲੋਕਾਂ ਨੂੰ ਆਇਰਨ ਬਾਰੇ ਬਿਲਕੁਲ ਵੀ ਨਹੀਂ ਪਤਾ ਸੀਗਾ। ਕਈ ਵਾਰੀ ਆ ਜਾਂਦਾ ਹੈ ਕਿ ਇਹਨਾਂ 4 ਚੀਜ਼ਾਂ ਨੂੰ ਦੱਸੋ ਕਿ ਸਿੰਧੂ ਘਾਟੀ ਦੇ ਲੋਕਾਂ ਨੂੰ ਕਿਸ ਚੀਜ਼ ਬਾਰੇ ਨਹੀਂ ਪਤਾ ਸੀ, ਤਾਂ ਉਹਨਾਂ ਨੂੰ ਆਇਰਨ ਬਾਰੇ ਨਹੀਂ ਪਤਾ ਸੀਗਾ। ਹਾਂਜੀ, ਇਹ ਸੀ ਸਾਡਾ ਅੱਜ ਦਾ ਟੌਪਿਕ। ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਥੈਂਕ ਯੂ।